ਹੁਣ ਤੁਸੀਂ ਮਾਨਹਾਨੀ ਦਾ ਕੇਸ ਕੀਤਾ ਕੀ ਹੁਣ ਸੋਚ ਕੇ ਕੀਤਾ ਕਿ ਇੰਪਰੂਵਮੈਂਟ ਟਰਸਟ ਡਰਿਆ ਆਪਣੀ ਚਮੜੀ ਬਚਾਉਣ ਦੇ ਲਈ? ਮੈਂ ਇੱਕ ਡਿਫੇਮੇਸ਼ਨ ਕੇਸ ਫਾਈਲ ਕੀਤਾ ਹੈਗਾ ਵਾ, ਜਿਹਦੇ ਚ ਦੋ ਭਾਜਪਾ ਦੇ ਆਗੂ ਹੈਗੇ ਆ। ਇੱਕ ਹੈਗੇ ਸ਼੍ਰੀ ਵਿਨੀਤਪਾਲ ਮੋਂਗਾ, ਇੱਕ ਸਰਦਾਰ ਬਿਕਰਮ ਸਿੰਘ ਸਿੱਧੂ, ਦੋ ਪੱਤਰਕਾਰ ਨੇ। ਪਰ ਅਨਫੋਰਚੂਨੇਟਲੀ ਮੈਨੂੰ ਨਹੀਂ ਸਮਝ ਆਇਆ ਕਿ ਇੱਕ ਕਮੇਟੀ ਦੀ ਡਿਸੀਜਨ ਦੇ ਵਿੱਚ ਡੀਸੀ ਸਾਹਿਬ ਨੇ ਕਿਉਂ ਇਹ ਬਿਆਨ ਦਿੱਤਾ ਕਿ ਵੀ ਇਹ ਮੇਰੇ ਤੋਂ ਇਹ ਨਹੀਂ ਕਰਾਇਆ, ਜਦ ਕਿ ਉਹ ਸਾਨੂੰ ਪੁੱਛ ਸਕਦੇ ਸੀਗੇ। ਸਾਡੇ ਨਾਲ ਉਹਨਾਂ ਦੀ ਕੋਈ ਡੈਲੀਬਰੇਸ਼ਨ ਨਹੀਂ ਹੋਈ ਕਿ ਲੀਗਲੀ ਕੰਮ ਸਾਰਾ ਕੁਝ ਹੋਇਆ ਸੀਗਾ। ਉਹ ਖੁਦ ਬਿਕਰਮ ਸਿੱਧੂ ਬਹੁਤ ਟੌਪ ਦੇ ਲਾਇਰ ਮੰਨੇ ਜਾਂਦੇ ਨੇ, ਤਾਂ ਉਹਨਾਂ ਨੂੰ ਸਮਝ ਨਹੀਂ ਲੱਗੀ ਇਹਨਾਂ ਬਵਾਲ ਕਿਉਂ ਫਿਰ ਪੈਦਾ ਹੋਇਆ। ਮੈਂ ਜੋ ਸਮਝਦਾ ਮੈਂ ਕਿ ਵੀ ਉਹਨਾਂ ਦਾ ਜਿਹੜਾ ਬਿਆਨ ਸੀਗਾ ਔਰ ਜਾਂ ਜਿਹੜਾ ਉਹਨਾਂ ਦਾ ਕੰਡਕਟ ਸੀਗਾ, ਚਾਹੇ ਉਹਨਾਂ ਨੇ ਪਬਲਿਕ ਐਜੀਟੇਸ਼ਨਸ ਕੀਤੀਆਂ, ਚਾਹੇ ਲੋਕਾਂ ਨੂੰ ਪ੍ਰਵੋਕ ਕੀਤਾ, ਉਹ ਮੈਂ ਉਹਨੂੰ ਇਰਰਿਸਪੌਂਸਿਬਲ ਸਮਝਦਾ। ਮੈਂ ਲਾਂਛਨ ਲਾ ਰਹੇ ਹਾਂ। ਔਰ ਫਿਰ ਦੇਖੋ ਜਿਹਦੇ ਵਿੱਚ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਗਲਤੀ ਕੀਤੀ ਹੋਈ ਹੈ, ਇਹਨਾਂ ਨੇ ਆਸ਼ੂ ਜੀ ਨੂੰ ਇਨਵੋਲਵ ਕਰ ਲਿਆ। ਹੁਣ ਆਸ਼ੂ ਜੀ ਦਾ ਤਾਂ ਸਾਡੇ ਇੰਪਰੂਵਮੈਂਟ ਟਰਸਟ ਨਾਲ ਕੋਈ ਲੈਣਾ ਦੇਣਾ ਹੀ ਨਹੀਂਗਾ। ਉਹ ਤਾਂ ਸਾਡੇ ਠੀਕ ਹੈ, ਅਸੀਂ ਪੋਲੀਟੀਕਲੀ ਇੱਕ ਗਰੁੱਪ ਹੈਗੇ ਹਾਂ। ਅਸੀਂ ਆਪਣੀ ਲਕੀਰ ਵੱਡੀ ਕਰਨਾ ਨਹੀਂ ਚਾਹੁੰਦੇ, ਦੂਜੇ ਦੀ ਲਕੀਰ ਮਿਟਾਉਣਾ ਚਾਹੁੰਦੇ ਹੈਗੇ। ਸੋ ਸਾਨੂੰ ਕੋਈ ਇਹਦੀ ਚਿੰਤਾ ਨਹੀਂ ਸੀਗੀ, ਨਾ ਮੈਨੂੰ ਅੱਜ ਚਿੰਤਾ ਹੈ, ਨਾ ਆਸ਼ੂ ਜੀ ਨੂੰ ਇਹਨਾਂ ਦੀ ਚਿੰਤਾ ਹੈ। ਮੈਨੂੰ ਰਿਸਪੌਂਸਿਬਿਲਿਟੀ ਮਿਲੀ ਹੈ ਕਿ ਮੈਂ ਲੁਧਿਆਣੇ ਦੀ ਸੇਵਾ ਕਰਨੀ ਹੈ। ਅਸੀਂ ਸਾਰੇ ਜਿਹੜੇ ਮੈਂ ਆਸ਼ੂ ਜੀ ਹੈ, ਸਾਡੇ ਮੇਅਰ ਬਲਕਾਰ ਜੀ, ਅਸੀਂ ਸਾਰਾ ਦਿਨ ਜਿਹੜਾ ਮੈਂ ਪਲੈਨਿੰਗ ਸਿਰਫ ਲੁਧਿਆਣਾ ਤੇ ਲੁਧਿਆਣੇ ਬਾਰੇ ਸੋਚਦੇ ਹਾਂ। ਸਾਡੀ ਪੋਲਿਟਿਕਸ ਹੀ ਡਿਵੈਲਪਮੈਂਟ ਦੀ ਪੋਲਿਟਿਕਸ ਹੈ। ਜੇ ਅਸੀਂ ਕਰ ਰਹੇ ਹਾਂ ਤਾਂ ਫਿਰ ਕਰਾਂਗੇ। ਅਸੀਂ ਤੁਸੀਂ ਡੈਫਾਮੇਸ਼ਨ ਦਾ ਕੇਸ ਤਾਂ ਨਹੀਂ ਪਾਇਆ ਕਿਉਂਕਿ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਦਾ ਉਹ ਨਾਮ ਲੈ ਕੇ ਆਉਂਦੇ ਸੀਗੇ, ਤਾਂ ਕਿ ਉਹ ਵਿੱਚ ਉਹਨਾਂ ਦਾ ਨਾਮ ਕਲੀਅਰ ਹੋਵੇ, ਕਿਉਂਕਿ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਹੈ ਤੇ ਬਿਕਰਮ ਸਿੱਧੂ ਨੇ ਵੀ ਇਲੈਕਸ਼ਨ ਲੜਨੀ ਉਹਨਾਂ ਦੇ ਖਿਲਾਫ, ਵੀ ਉਹਨਾਂ ਦਾ ਨਾਮ ਕਲੀਅਰ ਹੋ ਜਾਵੇ ਵਿੱਚ। ਦੇਖੋ ਇਹਦੇ ਵਿੱਚ ਪਹਿਲੀ ਗੱਲ ਤਾਂ ਮੇਰੀ ਸਾਰੀ ਰਿਟ ਪਟੀਸ਼ਨ 'ਚ ਆਸ਼ੂ ਜੀ ਦਾ ਕਿਤੇ ਕੋਈ ਨਾਂ ਨਹੀਂ ਹੈਗਾ, ਠੀਕ ਹੈ। ਟਾਈਮ ਸਿਰਫ ਮੈਨੂੰ ਤਾਂ ਲੱਗਿਆ ਕਿ ਮੈਨੂੰ ਉਹ ਸਾਰੇ ਪ੍ਰੂਫ ਕ੍ਰੀਏਟ ਕਰਨੇ ਸੀਗੇ ਕਿ ਮੈਂ ਇਹਨਾਂ ਦੇ ਲਈ ਲੂਪ ਹੋਲਸ ਛੱਡਣਾ ਨਹੀਂ ਚਾਹੁੰਦਾ ਸੀਗਾ। But the chapter of my reputation, the chapter of my defamation is open. I will fight till the hilt. ਇਹ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਬਹੁਤ ਡਿਟਰਮਿਨਡ ਜਿਹਾ ਬੰਦਾ, ਮੈਂ ਹੰਬਲ ਬੰਦਾ, ਮੈਂ ਸਧਾਰਨ ਲੋਕ ਹੈ ਜਿਨ੍ਹਾਂ ਕੋਲ ਸਿਰਫ ਇੱਜ਼ਤਾਂ ਹੀ ਹੈਗੀਆਂ। ਮੈਂ ਲੁਧਿਆਣਾ ਇੰਪਰੂਵਮੈਂਟ ਟਰਸਟ ਤੇ ਇਲਜ਼ਾਮ ਲੱਗੇ ਸੀਗੇ ਕਿ ਇੱਕ ਜ਼ਮੀਨ ਦੀ ਬੋਲੀ ਘੱਟ ਰੇਟਾਂ ਤੇ ਕਰ ਦਿੱਤੀ ਸੀ। ਜਿਹੜੀ ਜ਼ਮੀਨ ਦਾ ਬਾਜ਼ਾਰ 'ਚ ਰੇਟ 350 ਕਰੋੜ ਹੈ ਤੇ ਉਸ ਦੀ ਬੋਲੀ ਜਿਹੜੀ ਹੈ 98 ਕਰੋੜ ਦੇ ਵਿੱਚ ਕਰ ਦਿੱਤੀ ਸੀਗੀ। ਇਲਜ਼ਾਮ ਲੱਗੇ ਸੀ, ਜਿਸ ਤੋਂ ਬਾਅਦ ਭਾਜਪਾ ਦੇ ਲੁਧਿਆਣਾ ਤੋਂ ਕਈ ਆਗੂ ਜਿਹੜੇ ਨੇ ਉਹ ਲੁਧਿਆਣਾ ਇੰਪਰੂਵਮੈਂਟ ਟਰਸਟ ਤੇ ਹਮਲਾਵਰ ਹੋਏ ਸੀਗੇ। ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਗੇਟ ਨੂੰ ਤਾਲਾ ਤੱਕ ਲਗਾ ਦਿੱਤਾ ਸੀਗਾ। ਪਰ ਹੁਣ ਇੱਕ ਨਵੀਂ ਅਪਡੇਟ ਹੋਈ ਹੈ। ਹਾਲਾਂਕਿ ਸਰਕਾਰ ਨੇ ਉਹ ਬੋਲੀ ਤਾਂ ਜ਼ਰੂਰ ਕੈਂਸਲ ਕਰ ਦਿੱਤੀ ਸੀਗੀ, ਪਰ ਅੱਜ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੇ ਵੱਲੋਂ ਦੋ ਭਾਜਪਾ ਦੇ ਆਗੂਆਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ, ਮਾਨਹਾਨੀ ਦਾ ਕੇਸ ਦਰਜ ਕੀਤਾ ਗਿਆ। ਉਸ ਤੇ ਹੀ ਆਪਾਂ ਗੱਲਬਾਤ ਕਰਾਂਗੇ। ਸਰ, ਇਲਜ਼ਾਮ ਲਗਾਏ ਸੀਗੇ ਭਾਜਪਾ ਨੇ ਕਿ ਇੰਪਰੂਵਮੈਂਟ ਟਰਸਟ ਨੇ ਘੁਟਾਲਾ ਕੀਤਾ, ਬਹੁਤ ਉਹਨਾਂ ਨੇ ਹੱਲਾ ਗੁੱਲਾ ਕੀਤਾ, ਧਰਨੇ ਲਗਾਏ, ਇੰਪਰੂਵਮੈਂਟ ਟਰਸਟ ਦੇ ਗੇਟ ਨੂੰ ਤਾਲਾ ਤੱਕ ਲਗਾ ਦਿੱਤਾ। ਹੁਣ ਤੁਸੀਂ ਮਾਨਹਾਨੀ ਦਾ ਕੇਸ ਕੀਤਾ ਕੀ ਹੁਣ ਸੋਚ ਕੇ ਕੀਤਾ ਕਿ ਇੰਪਰੂਵਮੈਂਟ ਟਰਸਟ ਡਰਿਆ ਆਪਣੀ ਚਮੜੀ ਬਚਾਉਣ ਦੇ ਲਈ ਉਹਨਾਂ ਦੇ ਵਿਰੁੱਧ ਕੇਸ ਦਰਜ ਕੀਤਾ, ਜਾਂ ਵਾਕਈ ਇੰਪਰੂਵਮੈਂਟ ਟਰਸਟ ਸਹੀ ਸੀਗਾ ਤੇ ਉਸ ਸਹੀ ਨੂੰ ਲੋਕਾਂ ਦੇ ਵਿੱਚ ਲਿਆਉਣ ਦੇ ਲਈ ਕੇਸ ਦਰਜ ਕੀਤਾ? ਸਮਨ, ਤੁਸੀਂ ਮੇਰੇ ਨਾਲ ਇਸ ਇਸ਼ੂ ਤੇ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀਗੀ। ਮੈਂ ਜੋ ਸਮਝਦਾ ਹੈਗਾ ਮੈਂ ਕਿ ਪਿਛਲੇ ਇੱਕ ਤਾਂ ਇਲੈਕਸ਼ਨਾਂ ਦਾ ਸੀਜ਼ਨ ਹੋਣ ਕਰਕੇ ਹਰੇਕ ਗੱਲ ਨੂੰ ਉਛਾਲਿਆ ਜਾਂਦਾ ਪਿਆ ਵਾ ਔਰ ਸ਼ੋਰ ਕ੍ਰੀਏਟ ਕੀਤਾ ਜਾਂਦਾ ਤਾਂ ਕਿ ਜਿਹੜੀ ਕੋਈ ਸੱਚ ਦੀ ਗੱਲ ਹੈਗੀ ਹੈ ਉਹ ਸੱਚ ਦੀ ਗੱਲ ਸਾਹਮਣੇ ਨਾ ਆਵੇ, ਸੱਚਾਈ ਕੀ ਹੈਗੀ ਹੈ। ਅਤੇ ਸਾਰਿਆਂ ਨਾਲੋਂ ਵੱਡੀ ਗੱਲ ਜਿਹੜੀ ਮੈਂ ਸਮਝਦਾ ਮੈਂ ਕਿ ਜੋ ਇੱਕ ਆਮ ਇਨਸਾਨ ਕੋਲ ਅਵੇਲੇਬਲ ਹੈ, ਜਦੋਂ ਇਹੋ ਜਿਹਾ ਮਾਹੌਲ ਬਣ ਜਾਵੇ ਤਾਂ ਫਿਰ ਉਹ ਸਾਨੂੰ ਅਲਟੀਮੇਟਲੀ ਜੁਡੀਸ਼ਰੀ ਕੋਲ ਜਾਣਾ ਪੈਂਦਾ ਵਾ। ਮੈਂ ਇੱਕ ਡਿਫੇਮੇਸ਼ਨ ਕੇਸ ਫਾਈਲ ਕੀਤਾ ਹੈਗਾ ਵਾ, ਜਿਹਦੇ 'ਚ ਦੋ ਭਾਜਪਾ ਦੇ ਆਗੂ ਹੈਗੇ ਆ। ਇੱਕ ਹੈਗੇ ਸ਼੍ਰੀ ਵਿਨੀਤਪਾਲ ਮੋਂਗਾ, ਇੱਕ ਸਰਦਾਰ ਬਿਕਰਮ ਸਿੰਘ ਸਿੱਧੂ, ਦੋ ਪੱਤਰਕਾਰ ਨੇ। 4 ਬੰਦਿਆਂ 'ਤੇ ਮੈਂ ਫਿਲਹਾਲ ਕੀਤਾ ਵਾ ਕ੍ਰਿਮੀਨਲ ਡਿਫੇਮੇਸ਼ਨ ਦਾ। ਹੋਰ ਪ੍ਰੋਸੈਸ ਦੇ ਵਿੱਚ ਹੈਗਾ ਮੈਂ, ਜਿਹੜੇ ਹੋਰ ਲੋਕਾਂ ਨੇ ਵੀ ਮੇਰੇ 'ਤੇ ਇਲਜ਼ਾਮ ਲਾਏ ਸੀਗੇ ਉਹਨਾਂ 'ਤੇ ਮੈਂ ਡਿਫੇਮੇਸ਼ਨ ਸਿਵਲ ਐਜ਼ ਵੈਲ ਐਜ਼ ਕ੍ਰਿਮੀਨਲ ਦੇ ਪ੍ਰੋਸੈਸ ਦੇ ਵਿੱਚ ਹੈ। ਉਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਫਿਰ ਦਾਇਰ ਕਰਾਂਗਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈਗਾ ਮੈਂ ਕਿ ਇਹ ਮੈਂ ਕ੍ਰਿਮੀਨਲ ਡਿਫੇਮੇਸ਼ਨ ਦਾ ਕੇਸ ਕਿਉਂ ਕਰਵਾਇਆ, ਕਿਉਂਕਿ ਕੋਈ ਵੀ ਇਹੋ ਜਿਹੀ ਇਨਕੁਆਇਰੀ ਨਹੀਂ ਸੀ
ਜਿਹੜੀ ਕਿ ਇਹ ਪ੍ਰੂਵ ਕਰੇ ਕਿ ਵੀ ਕਿਸੇ ਤਰ੍ਹਾਂ ਦਾ ਕੋਈ ਘੁਟਾਲਾ ਹੋਇਆ ਜਾਂ ਕਿਸੇ ਤਰ੍ਹਾਂ ਦੀ ਕੋਈ ਸਾਡੇ ਪ੍ਰੋਸੀਜਰਸ ਦੇ ਵਿੱਚ ਕੋਈ ਕੁਤਾਹੀ ਹੋਈ। ਅਸੀਂ ਪੂਰਾ ਦਾ ਪੂਰਾ ਜੋ ਇਨ ਬਿਨ ਪ੍ਰੋਸੀਜਰ ਸੀਗਾ ਉਹ ਅਸੀਂ ਉਹਨੂੰ ਫੋਲੋ ਕੀਤਾ ਔਰ ਉਹ ਫੋਲੋ ਕਰਨ ਤੋਂ ਬਾਅਦ ਗਵਰਨਮੈਂਟ ਤੋਂ ਪ੍ਰੋਪਰ ਸੈਂਕਸ਼ਨਸ ਲਿੱਤੀਆਂ। ਮੈਂ ਦੱਸਣਾ ਚਾਹੁੰਦਾ ਮੈਂ ਕਿ ਵੀ ਇਹ ਜਿਹੜਾ ਰੇਟ ਅਸੀਂ ਫਿਕਸੇਸ਼ਨ ਕਰਾਈ ਸੀਗੀ ਇਹ ਫੈਬਰਰੀ 'ਚ ਕਰਾਈ ਸੀ। ਉਸ ਤੋਂ ਬਾਅਦ ਅਸੀਂ ਮਈ ਦੇ ਵਿੱਚ ਫਿਰ ਦੁਬਾਰਾ ਇਹਦੇ 'ਚ ਆਕਸ਼ਨ ਕੀਤੀ ਜਿਹੜੀ ਗਵਰਨਮੈਂਟ ਨੇ ਅਪਰੂਵ ਕੀਤੀ। ਉਸ ਤੋਂ ਬਾਅਦ ਜਿਹੜੀ ਕਰੰਟ ਆਕਸ਼ਨ ਹੈ ਉਹਦੇ 'ਚ ਮੇਜਰ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਮੈਂ ਸਾਰੀਆਂ ਪ੍ਰੋਪਰਟੀਜ਼ ਉਹੀ ਜਿਹੜੀ ਮੀਟਿੰਗ ਦੀ ਜਿਹੜੀ ਕਾਰਵਾਈ 'ਤੇ ਬੇਸ 'ਤੇ ਕੀਤੀਆਂ ਸੀਗੀਆਂ। ਪਰ ਅਨਫੋਰਚੂਨੇਟਲੀ ਮੈਨੂੰ ਨਹੀਂ ਸਮਝ ਆਇਆ ਕਿ ਇੱਕ ਕਮੇਟੀ ਦੀ ਡਿਸੀਜਨ ਦੇ ਵਿੱਚ DC ਸਾਹਿਬ ਨੇ ਕਿਉਂ ਇਹ ਬਿਆਨ ਦਿੱਤਾ ਕਿ ਵੀ ਇਹ ਮੇਰੇ ਤੋਂ ਇਹ ਨਹੀਂ ਕਰਾਇਆ, ਜਦ ਕਿ ਉਹ ਸਾਨੂੰ ਪੁੱਛ ਸਕਦੇ ਸੀਗੇ। ਸਾਡੇ ਨਾਲ ਉਹਨਾਂ ਦੀ ਕੋਈ ਡੈਲੀਬਰੇਸ਼ਨ ਨਹੀਂ ਹੋਈ। ਸੋ ਉਹਨਾਂ ਦੀ ਮੇਰਾ ਖਿਆਲ ਹੈ ਕਿ ਮਿਸ ਰਿਪਰੈਜ਼ੈਂਟੇਸ਼ਨ ਜਾਂ ਮਿਸ ਕਮਿਊਨੀਕੇਸ਼ਨ ਕਰਕੇ ਇੱਕ ਬਵਾਲ ਖੜਾ ਹੋ ਗਿਆ। ਅਤੇ ਗੌਰਮੈਂਟ ਦੀ ਪਾਵਰ ਹੈਗੀ ਸੀ। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਇਹ ਆਕਸ਼ਨ ਅਸੀਂ ਕੀਤੀ ਹੈਗੀ ਹੈ ਬੜੀ ਪਾਰਦਰਸ਼ਕ ਤਰੀਕੇ ਨਾਲ ਕੀਤੀ ਸੀਗੀ। ਇਹਦੇ ਵਿੱਚ ਬਕਾਇਦਾ 4 ਬਿਡਰ ਆਏ ਸੀਗੇ, 35 ਦਿਨਾਂ ਦਾ ਪ੍ਰੋਸੈਸ ਸੀਗਾ, 3-4 ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟਸ ਦਿੱਤੀਆਂ ਸੀਗੀਆਂ। ਫਿਰ ਉਹਨਾਂ ਲੋਕਾਂ ਨੇ ਜੋ ਵੀ ਸਾਨੂੰ ਦਿੱਤਾ ਅਸੀਂ ਗਵਰਨਮੈਂਟ ਦੀ ਅਪਰੂਵਲ ਤੋਂ ਬਾਅਦ ਹੀ ਕੀਤਾ। ਉਹਦੇ 'ਚ 23 ਪ੍ਰੋਪਰਟੀਜ਼ ਜਿਹੜੀਆਂ ਮੈਂ ਗਈਆਂ ਸੀਗੀਆਂ, ਇੱਕ ਪ੍ਰੋਪਰਟੀ ਗਵਰਨਮੈਂਟ ਨੇ ਜਿਹੜਾ ਹੈਗਾ ਵਾ ਉਹ ਸਾਡੀ ਕੈਂਸਲ ਕਰਕੇ ਭੇਜਤੀ। ਪਰ ਸਾਨੂੰ ਉਹਦੇ ਵਿੱਚ ਕੋਈ ਰੀਜ਼ਨ ਨਹੀਂ ਦਿੱਤਾ ਕਿ ਵੀ ਕਿਸ ਰੀਜ਼ਨ ਕਰਕੇ ਇਹਨਾਂ ਨੇ ਕੈਂਸਲ ਕੀਤੀ ਹੈਗੀ ਹੈ। ਗਵਰਨਮੈਂਟ ਦਾ ਜੋ ਹੁਕਮ ਸੀਗਾ ਐਜ਼ ਇਟ ਇਜ਼ ਅਸੀਂ ਉਹਨਾਂ ਦੇ ਜਿਹੜੇ EMD ਜਿਹੜੀ ਅਰਾਊਂਡ 13-14 ਕਰੋੜ ਰੁਪਇਆ ਸੀ ਅਸੀਂ ਇਮੀਡੀਏਟਲੀ ਵਾਪਸ ਵੀ ਕਰ ਦਿੱਤੀ। ਤੋ ਇਹ ਇੱਕ ਪ੍ਰੋਸੈਸ ਹੈ। ਇਸ ਪ੍ਰੋਸੈਸ ਦੇ ਵਿੱਚ ਤੁਸੀਂ ਸਮਝਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਕਿ ਇੰਸਟੀਟਿਊਸ਼ਨਸ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲਦੀਆਂ। ਇੰਸਟੀਟਿਊਸ਼ਨਸ ਦੇ ਕੁਝ ਲਾਜ਼ ਹੁੰਦੇ, ਕੁਝ ਪ੍ਰੋਸੀਜਰਸ ਹੁੰਦੇ ਹੈ। ਜੇ ਅਸੀਂ ਉਹਨਾਂ ਨੂੰ ਫੋਲੋ ਕਰਦੇ ਪਏ ਹੈਗੇ ਹਾਂ ਔਰ ਉਹਦੇ ਨਾਲ ਇਨ ਬਿਨ ਫੋਲੋ ਕਰਦੇ ਪਏ ਹਾਂ ਤਾਂ ਫਿਰ ਅਸੀਂ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਕੀਤੀ। ਐਲੀਗੇਸ਼ਨਸ ਜਦੋਂ ਕੋਈ ਤੁਹਾਡੇ 'ਤੇ ਬੇਬੁਨਿਆਦ ਲਾਵੇ, ਜਿਹੜਾ ਕਿ ਮੈਂ ਵਾਰੀ ਕਹਿੰਦਾ ਪਿਆ ਸੀ ਵੀ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਅਸੀਂ ਕੋਈ ਮਤਲਬ ਕੋਈ ਪਰਸਨਲ ਫਾਇਦਾ ਲਿੱਤਾ ਹੋਵੇ ਜਾਂ ਅਸੀਂ ਕੋਈ ਆਪਣੀ ਇੰਸਟੀਟਿਊਸ਼ਨ ਨੂੰ ਨੁਕਸਾਨ ਪਹੁੰਚਾਇਆ ਹੋਵੇ। ਰਿਜ਼ਰਵ ਪ੍ਰਾਈਸ ਤੋਂ ਜ਼ਿਆਦਾ ਦੇ ਰੇਟ 'ਤੇ ਵਿਕੀ ਹੈ ਉਹ ਗੱਲ ਮੈਟਰ ਆਫ ਹੋ ਸਕਦੀ ਹੈ ਜੀ, ਇਹ ਘੱਟ ਗਈ ਵੱਧ ਗਈ, ਪਰ ਕਿਉਂਕਿ ਸਾਡੇ ਕੋਲੇ ਕੋਈ ਪੈਰਲਲ ਉਸ ਟਾਈਮ ਜਿਹਨੂੰ ਕਹੀਏ ਕੋਈ ਇੱਕ ਕੰਪੈਰੀਜ਼ਨ ਨਹੀਂ ਸੀਗਾ। ਜਿੱਥੇ ਦੇਖੋ ਤੁਸੀਂ ਮੇਰੀ ਪਿਛਲੀਆਂ ਸਾਰੀਆਂ ਦੇਖੋ ਅਤੇ ਅਸੀਂ ਜਿੱਥੇ ਕੋਈ ਕੰਪੈਰੀਜ਼ਨ ਹੋਇਆ ਹੁੰਦਾ ਵੈ ਅਤੇ ਫਿਰ ਅਸੀਂ ਉੱਥੇ ਕੰਪੇਅਰ ਕਰ ਲੈਂਦੇ ਹਾਂ ਵੀ ਨਾਲ ਦੀ ਪ੍ਰੋਪਰਟੀ ਜੀ 40 ਲੱਖ ਦੀ ਵਿਕੀ ਹੈ, ਇਹ ਅਸੀਂ 25 ਲੱਖ ਦੀ ਜਾਂ 20 ਲੱਖ ਦੀ ਨਹੀਂ ਦੇਣੀ, ਉਹ ਕੈਂਸਲ ਕਰ ਦਿੰਦੇ ਹਾਂ। ਔਰ ਉਹ ਈਵਨ ਹਾਈ ਕੋਰਟ 'ਚ ਵੀ ਜੇ ਗਏ ਨੇ ਤਾਂ ਹਾਈ ਕੋਰਟ ਨੇ ਸਾਡੇ ਡਿਸੀਜਨ ਨੂੰ ਅਪਹੋਲਡ ਕੀਤਾ ਵੈ। ਪਰ ਇਸ ਕੇਸ ਦੇ ਵਿੱਚ ਕਿਉਂਕਿ ਇਹ ਚੰਕ ਸਾਈਟ ਸੀਗੀ, ਇਸ ਚੰਕ ਸਾਈਟ ਦੀ ਕੋਈ ਸਾਡੇ ਕੋਲੇ ਕੰਪੈਰੀਜ਼ਨ ਨਹੀਂ ਸੀਗਾ। ਜਿਹੜਾ ਨੀਅਰੈਸਟ ਕੰਪੈਰੀਜ਼ਨ ਸੀਗਾ ਉਹ ਸਾਡੇ ਕੋਲੇ ਗਲਾਡਾ ਦਾ ਸੀ। ਗਲਾਡਾ ਨੇ ਡੁਗਰੀ ਦੇ ਵਿੱਚ ਕੋਈ 31 ਕਰੋੜ 65 ਲੱਖ ਦੀ ਰਿਜ਼ਰਵ ਪ੍ਰਾਈਸ ਦੀ ਜਿਹੜੀ ਕੀਮਤ ਦੀ ਕੋਈ 6050 ਗਜ਼ ਜਗ੍ਹਾ ਸੀਗੀ ਉਹ ਉਹਨਾਂ ਨੇ 31 ਕਰੋੜ 95 ਲੱਖ ਦੀ ਵੇਚ ਦਿੱਤੀ, ਜਿਹੜਾ ਕਿ ਰੇਟ ਲਗਭਗ 53,000 ਰੁਪਇਆ ਆ। ਪਰ ਸਾਡੇ ਕੋਲੇ ਜਿਹੜਾ ਮਾਲੀਆ ਆ ਰਿਹਾ ਅਪਰੋਕਸੀਮੇਟਲੀ 59,000 ਪਲੱਸ ਆ ਰਿਹਾ। ਤਾਂ ਡਿਸਟੈਂਸ ਦੈਟ ਇਜ਼ ਦਾ ਨੀਅਰੈਸਟ ਕੰਪੈਰੀਜ਼ਨ। ਬਟ ਮੈਂ ਫਿਰ ਤਾਂ ਵੀ ਡਿਸੀਜਨ ਆਪਣੇ ਲੈਵਲ 'ਤੇ ਨਹੀਂ ਲਿੱਤਾ ਬਿਕੋਜ਼ ਆਈ ਵਾਂਟਡ ਕਿ ਵੀ ਗਵਰਨਮੈਂਟ ਕਦੀ ਇਹ ਨਾ ਕਵੇ ਵੀ ਤੇਰੇ ਕੋਲੇ 100 ਕਰੋੜ ਆ ਰਿਹਾ ਸੀਗਾ ਤੂੰ ਛੱਡਿਆ ਕਿਉਂ ਜਾਂ ਤੂੰ 100 ਕਰੋੜ ਲੈ ਕਿਉਂ ਲਿਆ। ਸੋ ਆਈ ਥਿੰਕ ਕਿ ਜਿਹੜੀਆਂ ਲੈਵਲਸ ਹੈਗੇ ਆ, ਜਿਹੜੇ ਡਾਇਰੈਕਟਰ ਸਾਹਿਬ, ਸੈਕਟਰੀ ਸਾਹਿਬ, ਮੰਤਰੀ ਸਾਹਿਬ ਦੇ ਜਿਹੜੇ ਲੈਵਲ ਬਣੇ ਆ ਉਹ ਇਸੇ ਕਰਕੇ ਬਣੇ ਆ ਕਿ ਚੈੱਕਸ ਐਂਡ ਬੈਲੈਂਸਿਸ ਰਹਿਣ। ਤੁਸੀਂ ਸਾਰਾ ਕਹਿੰਦੇ ਹੋ ਕਿ ਲੀਗਲੀ ਕੰਮ ਸਾਰਾ ਕੁਝ ਹੋਇਆ ਸੀਗਾ। ਉਹ ਖੁਦ ਵਿਕਰਮ ਸਿੱਧੂ ਬਹੁਤ ਟੌਪ ਦੇ ਲਾਇਰ ਮੰਨੇ ਜਾਂਦੇ ਨੇ, ਤਾਂ ਉਹਨਾਂ ਨੂੰ ਸਮਝ ਨਹੀਂ ਲੱਗੀ ਇਹਨਾਂ ਬਵਾਲ ਕਿਉਂ ਫਿਰ ਪੈਦਾ ਹੋਇਆ। ਦੇਖੋ ਇਸ ਗੱਲ ਦਾ ਜਵਾਬ ਵਿਕਰਮ ਜੀ ਹੀ ਦੇਣਗੇ ਕਿ ਵੀ ਉਹਨਾਂ ਨੇ ਇਹ ਕਿਸ ਬੇਸਿਸ 'ਤੇ ਇਹ ਗੱਲ ਕਹੀ ਹੈ। ਪਰ ਮੈਂ ਜੋ ਸਮਝਦਾ ਮੈਂ ਕਿ ਵੀ ਉਹਨਾਂ ਦਾ ਜਿਹੜਾ ਬਿਆਨ ਸੀਗਾ ਔਰ ਜਾਂ ਜਿਹੜਾ ਉਹਨਾਂ ਦਾ ਕੰਡਕਟ ਸੀਗਾ, ਚਾਹੇ ਉਹਨਾਂ ਨੇ ਪਬਲਿਕ ਐਜੀਟੇਸ਼ਨਸ ਕੀਤੀਆਂ ਚਾਹੇ ਲੋਕਾਂ ਨੂੰ ਪ੍ਰਵੋਕ ਕੀਤਾ, ਉਹ ਮੈਂ ਉਹਨੂੰ ਇਰਰਿਸਪੋਂਸੀਬਲ ਸਮਝਦਾ ਮੈਂ। ਪਰ ਹੁਣ ਇਸੇ ਕਰਕੇ ਮੇਰੇ ਕੋਲੇ ਆਪਣੀ ਬੇਗੁਨਾਹੀ ਦਾ ਸਬੂਤ ਜਿਹੜਾ ਵੈ ਜਾਂ ਮੈਂ ਬੇਗੁਨਾਹ ਹੈਗਾ ਮੈਂ, ਇਸੇ ਕਰਕੇ ਮੈਂ ਡਿਫੇਮੇਸ਼ਨ ਕੇਸ ਕੀਤਾ ਹੈਗਾ ਵੈ ਔਰ ਮੈਂ ਬੜਾ ਫੋਰਸਫੁਲੀ ਲੜਾਂਗਾ। ਮਤਲਬ ਇਟ ਇਜ਼ ਨਾਟ ਕਿ ਵੀ ਮੈਂ ਇੱਥੇ ਕੋਈ ਨੌਕਰੀ ਕਰਨ ਆਇਆ ਮੈਂ ਇੱਕ ਬਹੁਤ ਵੈਲ ਐਸਟੈਬਲਿਸ਼ਡ ਬਿਜ਼ਨਸਮੈਨ ਹੈ, ਮੇਰੀ ਬੜੀ ਵੈਲ ਐਸਟੈਬਲਿਸ਼ਡ ਫੈਮਿਲੀ ਹੈਗੀ ਹੈ, ਮੇਰੇ ਬੱਚੇ ਨੇ ਪੜ੍ਹੇ ਲਿਖੇ ਬਹੁਤ ਹੀ ਹਾਈਲੀ ਐਜੂਕੇਟਿਡ, ਮੇਰੀ ਵਾਈਫ ਹਾਈਲੀ ਐਜੂਕੇਟਿਡ ਗਵਰਨਮੈਂਟ ਆਫਿਸਰ ਹੈਗੀ ਹੈ। ਤੋ ਇਹ ਜਦੋਂ ਦੇਖਣਾ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵੈ ਕਿ ਅਸੀਂ ਜਦੋਂ ਕਿਸੇ 'ਤੇ
ਲਾਂਛਨ ਲਾ ਰਹੇ ਆ। ਔਰ ਫਿਰ ਦੇਖੋ ਜਿਹਦੇ ਵਿੱਚ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਗਲਤੀ ਕੀਤੀ ਹੋਈ ਹੈ, ਇਹਨਾਂ ਨੇ ਆਸ਼ੂ ਜੀ ਨੂੰ ਇਨਵੋਲਵ ਕਰ ਲਿਆ। ਹੁਣ ਆਸ਼ੂ ਜੀ ਦਾ ਤਾਂ ਸਾਡੇ ਇੰਪਰੂਵਮੈਂਟ ਟਰਸਟ ਨਾਲ ਕੋਈ ਲੈਣਾ ਦੇਣਾ ਹੀ ਨਹੀਂਗਾ। ਉਹ ਤਾਂ ਸਾਡੇ ਠੀਕ ਹੈ, ਅਸੀਂ ਪੋਲੀਟੀਕਲੀ ਇੱਕ ਗਰੁੱਪ ਹੈਗੇ ਆ, ਪਰ ਉਹ ਕਦੀ ਵੀ ਮੇਰੇ ਕੰਮ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਉਹਨਾਂ ਨੇ ਭਾਜਪਾ ਤੋਂ ਵੈਸਟ ਹਲਕੇ ਤੋਂ ਚੋਣ ਲੜਨੀ ਹੈ, ਜੋ ਹਜੇ ਤੱਕ ਸਾਰੀਆਂ ਗੱਲਾਂ ਚੱਲ ਰਹੀਆਂ ਨੇ, ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਵੈਸਟ ਹਲਕੇ ਦੇ ਵਿੱਚੋਂ ਹੀ ਵਿਧਾਇਕ ਨੇ, ਤੇ ਲੱਗਦਾ ਨਹੀਂਗਾ ਵੀ ਜਾਣ ਕੇ ਉਹਨਾਂ ਦਾ ਨਾਮ ਤਾਂ ਲੈ ਕੇ ਆ ਜਾ ਰਿਹਾ ਕਿਉਂਕਿ ਉਹਨਾਂ ਨੇ ਇਲੈਕਸ਼ਨ ਲੜਨੇ ਆ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ। ਸਾਨੂੰ ਸਾਰਿਆਂ ਨੂੰ ਨਾ ਟੀਮ ਆਸ਼ੂ ਕਹਿੰਦੇ ਆ। ਟੀਮ ਆਸ਼ੂ ਕੌਣ ਹੈਗੇ ਆ? ਅਸੀਂ ਆਮ ਲੋਕ ਪੜ੍ਹੇ ਲਿਖੇ ਜਿਨ੍ਹਾਂ ਨੇ ਪੋਲੀਟਿਕਸ ਦੇ ਵਿੱਚ ਜਾਂ ਪਬਲਿਕ ਸਰਵਿਸ 'ਚ ਇਸ ਕਰਕੇ ਆਏ ਆ ਕਿ ਸਾਡਾ ਇੱਕ ਵਿਜ਼ਨ ਹੈ ਵੀ ਅਸੀਂ ਲੁਧਿਆਣੇ ਨੂੰ ਕਿਵੇਂ ਡਿਵੈਲਪ ਕਰਨਾ। ਅਸੀਂ ਇਹ ਲੁਧਿਆਣੇ ਨੂੰ ਇੱਕ ਬਹੁਤ ਸੁੰਦਰ ਸ਼ਹਿਰ ਬਣਾਉਣੇ ਹੈ। ਔਰ ਤੁਸੀਂ ਦੇਖੋ ਕਿ ਵੀ ਅਸੀਂ ਪਿਛਲੇ ਜਿਹੜੇ 2-3 ਸਾਲ ਦੇ ਵਿੱਚ ਲੁਧਿਆਣੇ 'ਚ ਕਿੰਨੇ ਪ੍ਰੋਜੈਕਟਸ ਲਾਂਚ ਕਰ ਦਿੱਤੇ ਹੈ। ਠੀਕ ਹੈ, ਹੁਣ ਇਹ ਜੇ ਤੁਹਾਡੇ ਦੇਖੋ ਪੋਲੀਟਿਕਸ ਅਲਟੀਮੇਟਲੀ ਪੋਲੀਟਿਕਸ ਇਜ਼ ਟੂ ਸਰਵ ਪੀਪਲ। ਅਸੀਂ ਇਹਦੇ ਵਿੱਚ ਬਿਲਕੁਲ ਵੀ ਇਹ ਆਪਾਂ ਜਦੋਂ ਨੈਗੇਟਿਵ ਮੈਂਟੈਲਿਟੀ ਦੀ ਪੋਲੀਟਿਕਸ ਕਰਦੇ ਹਾਂ ਕਿ ਨਹੀਂ ਇਹਦਾ ਕੰਮ ਰੋਕੀਏ। ਹੁਣ ਆਫਟਰ ਆਲ ਜੇ ਪਾਰਕ ਬਣਦਾ ਪਿਆ ਵਾ ਸਾਡੇ ਪੈਸਿਆਂ ਨਾਲ, ਉਹ ਪਾਰਕ ਲੋਕਾਂ ਦਾ ਬਣਦਾ ਪਿਆ। ਜੇ ਸੜਕਾਂ ਬਣਦੀਆਂ ਪਈਆਂ ਤਾਂ ਲੋਕਾਂ ਦੀਆਂ ਬਣਦੀਆਂ ਪਈਆਂ। ਜੇ ਅਸੀਂ ਨਾਲੀਆਂ ਸੀਵਰੇਜ ਸਿਸਟਮ ਠੀਕ ਕਰ ਰਹੇ ਹਾਂ ਤਾਂ ਅਸੀਂ ਲੋਕਾਂ ਲਈ ਕਰ ਰਹੇ ਹੈਗੇ ਹਾਂ। ਅਤੇ ਤੁਹਾਨੂੰ ਤਾਂ ਸਗੋਂ ਇਹਦੇ ਵਿੱਚ ਆ ਕੇ ਪਾਰਟੀਸਪੇਟ ਕਰਨਾ ਚਾਹੀਦਾ। ਤੁਸੀਂ ਦੇਖੋ, ਮੈਂ ਤੁਹਾਨੂੰ ਫਿਰ ਵੀ ਮੇਰਾ ਆਪਣਾ ਇਹ ਮੰਨਣਾ ਹੈਗਾ ਵਾ ਕਿ ਅਸੀਂ ਇੱਕ ਨੈਗੇਟਿਵ ਪੋਲੀਟਿਕਸ ਦੇ ਵਾਲੇ ਪਾਸੇ ਤੁਰੇ ਹੋਏ ਹਾਂ। ਅਸੀਂ ਆਪਣੀ ਲਕੀਰ ਵੱਡੀ ਕਰਨਾ ਨਹੀਂ ਚਾਹੁੰਦੇ, ਦੂਜੇ ਦੀ ਲਕੀਰ ਮਿਟਾਉਣਾ ਚਾਹੁੰਦੇ ਹੈਗੇ। ਸੋ ਸਾਨੂੰ ਕੋਈ ਇਹਦੀ ਚਿੰਤਾ ਨਹੀਂ ਸੀਗੀ, ਨਾ ਮੈਨੂੰ ਅੱਜ ਚਿੰਤਾ ਵੈ, ਨਾ ਆਸ਼ੂ ਜੀ ਨੂੰ ਇਹਨਾਂ ਦੀ ਚਿੰਤਾ ਵੈ। ਇਲੈਕਸ਼ਨ ਦੇ ਵਿੱਚ ਸਗੋਂ ਹਰ ਤਰ੍ਹਾਂ ਦੇ ਲੋਕ ਆਉਣੇ ਚਾਹੀਦੇ ਆ। ਇਨਫੈਕਟ ਇਲੈਕਸ਼ਨ ਦੇ ਵਿੱਚ ਹਰ ਤਰ੍ਹਾਂ ਦਾ ਇਹੋ ਜਿਹਾ ਬੰਦਾ ਆਵੇ ਜਿਹਦੇ ਬਾਰੇ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਹੈ। ਹੁਣ ਤੁਸੀਂ ਦੇਖੋ ਅੱਜ ਐਡੀ ਵੱਡੀ ਇੱਕ ਐਜੀਟੇਸ਼ਨ ਲਖੀਮਪੁਰ ਦੀ ਹੋਈ ਹੈ। ਹੁਣ ਉਹ ਕਿਸ ਮੈਂਟੈਲਿਟੀ ਦਾ ਉਹ ਬੀਜੇਪੀ ਦੇ ਲੀਡਰ ਹੋਣਗੇ ਜਿਹੜਾ ਕਿ ਉਹਨਾਂ ਨੂੰ 1 ਮਿੰਟ ਵੀ ਨਹੀਂ ਇਹ ਸੋਚਿਆ ਹਾਂਜੀ ਕਿ ਇਹ ਅਸੀਂ ਬੰਦੇ ਮਾਰਨ ਲੱਗੇ ਹਾਂ। ਅਤੇ ਇਹ ਉਸੇ ਮੈਂਟੈਲਿਟੀ ਦੇ ਲੋਕ ਹੈਗੇ ਨੇ। ਅਤੇ ਮੈਂ ਬੈਸਟ ਆਫ ਲੱਕ ਟੂ ਦੈਮ। ਅਤੇ ਲੋਕਾਂ ਨੇ ਦੇਖਣਾ ਮੈਂ ਕਿ ਵੀ ਅਸੀਂ ਬਿਕਰਮ ਸਿੱਧੂ ਨੂੰ ਚੂਜ਼ ਕਰਨਾ ਮੈਂ ਕਿ ਆਸ਼ੂ ਜੀ ਨੂੰ ਚੂਜ਼ ਕਰਨਾ ਮੈਂ ਕਿ ਜਿਹੜਾ ਹਰ ਤਰ੍ਹਾਂ ਦੀਆਂ ਤੁਹਾਡੇ ਦੁੱਖ ਤਕਲੀਫ ਤੁਹਾਡੀ ਹਮਦਰਦੀ ਤੁਹਾਡੇ ਨਾਲ ਹਮੇਸ਼ਾ ਖੜਾ ਰਹਿੰਦਾ, ਇੱਕ ਸਧਾਰਨ ਬੰਦੇ ਵਾਂਗ ਰਹਿੰਦਾ ਵਾ। ਉਹ ਰਮਨ ਨੂੰ ਚੂਜ਼ ਕਰਨਗੇ ਜਾਂ ਕਿਸੇ ਹੋਰ ਨੂੰ ਚੂਜ਼ ਕਰਨਗੇ। ਤੁਸੀਂ ਗੱਲ ਸੁਣੋ, ਮੈਂ ਜਦੋਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਿਆ ਸੀਗਾ, ਮੈਂ ਤੁਹਾਨੂੰ ਉਦੋਂ ਦੱਸਿਆ ਸੀ ਮੇਰੇ ਕੋਲ 2.5 ਕਰੋੜ ਰੁਪਇਆ ਸੀਗਾ। ਔਰ ਸਾਡੇ ਕੋਲ ਇਸ ਟਾਈਮ ਦੂਜੇ ਮਹੀਨੇ ਸਾਨੂੰ ਇਹ ਪ੍ਰੋਬਲਮ ਆ ਗਈ ਸੀ ਕਿ ਅਸੀਂ ਆਪਣੀਆਂ ਸੈਲਰੀਜ਼ ਕਿਵੇਂ ਦੇਣੀਆਂ। ਅੱਜ ਅਸੀਂ 150 ਕਰੋੜ ਤੋਂ ਵੱਧ ਦੇ ਪ੍ਰੋਜੈਕਟਸ ਕਰ ਰਹੇ ਹਾਂ। ਉਹ 150 ਕਰੋੜ ਦੇ ਪ੍ਰੋਜੈਕਟ ਕੋਈ ਮੈਂ ਪੈਸੇ ਆਪਣੇ ਨਹੀਂ ਲਾਏ, ਇਹ ਲੋਕਾਂ ਦੀਆਂ ਉਹ ਜ਼ਮੀਨ ਔਰ ਜਾਇਦਾਦਾਂ ਪਈਆਂ ਸੀਗੀਆਂ ਜਿਹੜੀਆਂ ਕਿ ਕੂੜਾ ਹੋ ਰਹੀਆਂ ਸੀਗੀਆਂ, ਜਾਂ ਜਿਨ੍ਹਾਂ ਨੇ ਲੋਕਾਂ ਨੇ ਨੱਪੀਆਂ ਹੋਈਆਂ ਸੀਗੀਆਂ, ਜਾਂ ਜਿਨ੍ਹਾਂ 'ਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਸੀਗੇ। ਅਸੀਂ ਇਨਕਰੋਚਮੈਂਟਸ ਹਟਾ ਕੇ ਅਸੀਂ ਉਹਨਾਂ ਨੂੰ ਵੇਚਿਆ, ਟਰਾਂਸਪੇਰੈਂਟ ਆਕਸ਼ਨ ਦੇ ਥਰੂ ਵੇਚਿਆ। ਇੱਕ ਪ੍ਰੋਸੀਜਰ ਹੈਗਾ ਉਹਦੇ 'ਚ ਬਹੁਤ ਕਲੀਅਰ ਕੱਟ ਪ੍ਰੋਸੀਜਰ ਹੈਗਾ ਵਾ। ਉਹਦੇ 'ਚ ਸਾਡੀ ਕੋਈ ਲੰਬੀ ਚੌੜੀ ਡਿਸਕ੍ਰਿਸ਼ਨ ਨਹੀਂ ਹੁੰਦੀ। ਰਿਜ਼ਰਵ ਪ੍ਰਾਈਸ ਮੀਨਸ ਰਿਜ਼ਰਵ ਪ੍ਰਾਈਸ, ਦੈਟ ਮੀਨਸ ਕਿ ਦਿਸ ਇਜ਼ ਦ ਮਿਨੀਮਮ ਪ੍ਰਾਈਸ ਵੀ ਵਾਂਟ। ਇਫ ਸਮਬਡੀ ਪੇਜ਼ ਮੋਰ ਦੈਨ ਦੈਟ ਅਸੀਂ ਖੁਸ਼ ਹਾਂ ਉਹਦੇ ਨਾਲ। ਪਰ ਉਹਦੇ 'ਚ ਸਾਨੂੰ ਜੁਡੀਸ਼ੀਅਸ ਐਪਲੀਕੇਸ਼ਨ ਆਫ ਮਾਈਂਡ ਜ਼ਰੂਰ ਕਰਨੀ ਚਾਹੀਦੀ ਹੈ। ਮਤਲਬ ਇੱਕ ਪ੍ਰਾਪਰਟੀ ਜੇ A ਪ੍ਰਾਪਰਟੀ ਔਰ B ਪ੍ਰਾਪਰਟੀ ਨਾਲ ਹੈਗੀ ਹੈ, ਇੱਕ 50 ਲੱਖ ਦੀ ਵਿਕਦੀ ਪਈ ਹੈ, ਦੂਜੇ ਨੂੰ 20 ਲੱਖ ਦਾ ਨਹੀਂ ਵੇਚਣੀ ਚਾਹੀਦੀ। ਮਿਨੀਮਮ ਤੁਸੀਂ ਉੱਥੇ ਦੇਖੋ ਮਤਲਬ ਹੋਰ ਜਿਹੜੀ ਇਸ ਤਰ੍ਹਾਂ ਦੀ ਕੰਪੈਰੀਜ਼ਨ ਇੱਕ ਹੋ ਜਾਂਦਾ ਵਾ, ਕੋਈ ਕਾਰਨਰ ਹੈ ਕੋਈ ਅਸੀਂ ਥੋੜ੍ਹਾ ਜਿਹਾ ਆਪਣਾ ਜਿਹੜਾ ਮਾਈਂਡ ਅਪਲਾਈ ਕਰਦੇ ਹੈਗੇ ਆ। ਇੱਕ ਸਾਰਿਆਂ ਨਾਲੋਂ ਵੱਡੀ ਗੱਲ ਜਿਹੜਾ ਮੈਨੂੰ ਬੜਾ ਅਫਸੋਸ, ਤੁਹਾਨੂੰ ਯਾਦ ਹੋਣਾ ਤੁਸੀਂ ਮੈਨੂੰ ਕਿੰਨੀ ਵਾਰੀ ਕਿਹਾ, ਮੈਂ ਇੱਥੇ ਆ ਕੇ ਜਿਹੜਾ ਸਾਡਾ ਲੁਧਿਆਣਾ ਇੰਪਰੂਵਮੈਂਟ ਟਰਸਟ ਸੀਗਾ ਨਾ, ਇਹ ਡੈਨ ਆਫ ਕਰਪਸ਼ਨ ਬਣਿਆ ਹੋਇਆ ਸੀਗਾ। ਔਰ ਇੱਥੇ ਦਲਾਲਾਂ ਦਾ ਇੱਕ ਬਹੁਤ ਵੱਡਾ ਨੈਕਸਸ ਔਰ ਨੈਟਵਰਕ ਸੀਗਾ ਜਿਹੜਾ ਕਿ ਸਾਡੇ ਅਫਸਰਾਂ ਦੇ ਨਾਲ ਸੀ। ਮੈਂ ਪਹਿਲਾਂ ਅਫਸਰ ਜਿਹੜੇ ਹੈਗੇ ਉਹਨਾਂ ਦੇ ਤਬਾਦਲੇ ਕਰਾਏ ਇੱਥੋਂ ਦੀ। ਮੈਂ ਇੱਥੋਂ ਦੀ ਜਿਹੜੇ ਟਾਊਟ ਔਰ ਪ੍ਰੋਪਰਟੀ ਡੀਲਰ ਸੀ ਉਹਨਾਂ ਦੀ ਐਂਟਰੀ ਬੈਨ ਕਰਾਈ। ਉਹਨਾਂ ਦੇ ਕੰਮ ਆਇਡੈਂਟੀਫਾਈ ਕਰਕੇ ਇਹ ਦੇਖੇ ਵੀ ਉਹਨਾਂ 'ਚ ਗਲਤੀਆਂ ਕੀ ਹੈ। ਜਿੱਥੇ ਉਹਨਾਂ ਨੇ ਕੋਤਾਹੀਆਂ ਕੀਤੀਆਂ ਉਹ ਕੰਮ ਨੂੰ ਸਕਟਲ ਕਰਾਇਆ, ਕੈਂਸਲ ਕਰਾਇਆ। ਮੈਂ ਆਫਟਰ ਆਲ ਮੈਂ ਮਾਫੀਆ ਨਾਲ ਪੰਗਾ ਤਾਂ ਲਿੱਤਾ ਨਾ, ਅਤੇ ਉਹਨਾਂ ਦੀਆਂ ਦੁਕਾਨਦਾਰੀਆਂ ਤਾਂ ਬੰਦ ਹੋਈਆਂ ਨਾ। ਹੁਣ ਉਹ ਦੁਕਾਨਦਾਰੀਆਂ ਜਦੋਂ ਬੰਦ ਹੋਣਗੀਆਂ ਤਾਂ ਉਹਨਾਂ ਨੇ ਵੀ ਤਾਂ ਕਦੀ ਨਾ ਕਦੀ ਮੌਕੇ ਦੀ ਤਲਾਸ਼ ਰੱਖਣੀ ਹੈ। ਮੈਂ ਤਾਂ ਬਿਕਰਮ ਸਿੱਧੂ ਜੀ ਨੂੰ ਇਹ ਪੁੱਛਣਾ, ਮਤਲਬ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਨਾਲ ਬਿਠਾ ਕੇ ਆਪਣੇ ਪ੍ਰੈਸ ਕਾਨਫਰੰਸ ਕਰ ਰਹੇ ਹੋ, ਉਹ ਇੰਪਰੂਵਮੈਂਟ ਟਰਸਟ ਤੋਂ ਬਲੈਕ ਲਿਸਟਡ ਲੋਕ ਨੇ। ਉਹਨਾਂ ਦੀਆਂ ਪ੍ਰਾਪਰਟੀਆਂ ਕੈਂਸਲ ਹੋਈਆਂ, ਉਹਨਾਂ ਦੇ ਅਗੇਂਸਟ ਸ਼ਿਕਾਇਤਾਂ ਹੈਗੀਆਂ। ਮੈਂ ਤਾਂ ਮੈਨ ਇਜ਼ ਨੋਨ ਬਾਈ ਦ ਕੰਪਨੀ ਹੀ ਕੀਪਸ।
ਸੋ ਹੀ ਸ਼ੁੱਡ ਹੈਵ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਜੇ ਮੇਰੀ ਇਨਵੈਸਟੀਗੇਸ਼ਨ ਹੋਈ ਹੁੰਦੀ ਔਰ ਮੇਰੀ ਇਨਵੈਸਟੀਗੇਸ਼ਨ 'ਚ ਮੈਨੂੰ ਗਿਲਟੀ ਫੋਲੋ ਕੀਤਾ ਹੁੰਦਾ ਤੇ ਦੈਨ ਐਜ਼ ਐਨ ਆਫਿਸਰ ਇਫ ਆਈ ਹੈਵ ਡਨ ਸਮਥਿੰਗ ਰੋਂਗ ਆਈ ਐਮ ਰੈਡੀ ਫॉर द ਪਨਿਸ਼ਮੈਂਟ। ਇਹ ਕੋਈ ਮੇਰੇ 'ਚ ਕੋਈ ਐਰੋਗੈਂਸ ਨਹੀਂ ਹੈ ਇਸ ਚੀਜ਼ ਬਾਰੇ। ਮੈਂ ਬੜਾ ਹੰਬਲ ਆਦਮੀ ਹੈਗਾ ਮੈਂ ਸਮਝਦਾ ਵਾਂ ਕਿ ਵੀ ਆਦਮੀ ਨੂੰ ਜਿਹੜਾ ਹੈਗਾ ਵਾ ਜਦੋਂ ਤੁਹਾਨੂੰ ਕੋਈ ਅਥਾਰਟੀ ਮਿਲਦੀ ਹੈ ਉਹਦੇ ਨਾਲ ਤੁਹਾਨੂੰ ਰਿਸਪੌਂਸਿਬਿਲਿਟੀ ਮਿਲਦੀ ਹੈ। ਮੈਨੂੰ ਰਿਸਪੌਂਸਿਬਿਲਿਟੀ ਮਿਲੀ ਹੈ ਕਿ ਮੈਂ ਲੁਧਿਆਣੇ ਦੀ ਸੇਵਾ ਕਰਨੀ ਹੈ। ਅਸੀਂ ਸਾਰੇ ਜਿਹੜੇ ਮੈਂ ਆਸ਼ੂ ਜੀ ਹੈ, ਸਾਡੇ ਮੇਅਰ ਬਲਕਾਰ ਜੀ, ਅਸੀਂ ਸਾਰਾ ਦਿਨ ਜਿਹੜਾ ਵਾ ਪਲੈਨਿੰਗ ਸਿਰਫ ਲੁਧਿਆਣਾ ਤੇ ਲੁਧਿਆਣੇ ਬਾਰੇ ਸੋਚਦੇ ਹਾਂ। ਸਾਡੀ ਪੋਲਿਟਿਕਸ ਹੀ ਡਿਵੈਲਪਮੈਂਟ ਦੀ ਪੋਲਿਟਿਕਸ ਹੈ। ਜੇ ਅਸੀਂ ਕਰ ਰਹੇ ਹਾਂ ਤਾਂ ਫਿਰ ਕਰਾਂਗੇ ਅਸੀਂ। ਤੁਸੀਂ ਡੈਫਾਮੇਸ਼ਨ ਦਾ ਕੇਸ ਤਾਂ ਨਹੀਂ ਪਾਇਆ ਕਿਉਂਕਿ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਦਾ ਉਹ ਨਾਮ ਲੈ ਕੇ ਆਉਂਦੇ ਸੀਗੇ ਤਾਂ ਕਿ ਉਹ ਵਿੱਚ ਉਹਨਾਂ ਦਾ ਨਾਮ ਕਲੀਅਰ ਹੋਵੇ ਕਿਉਂਕਿ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਹੈ ਤੇ ਵਿਕਰਮ ਸਿੱਧੂ ਨੇ ਵੀ ਇਲੈਕਸ਼ਨ ਲੜਨੀ ਉਹਨਾਂ ਦੇ ਖਿਲਾਫ ਵੀ ਉਹਨਾਂ ਦਾ ਨਾਮ ਕਲੀਅਰ ਹੋ ਜਾਏ ਵਿੱਚੋਂ। ਦੇਖੋ ਇਹਦੇ ਵਿੱਚ ਪਹਿਲੀ ਗੱਲ ਤਾਂ ਮੇਰੀ ਸਾਰੀ ਰਿਟ ਪਟੀਸ਼ਨ 'ਚ ਆਸ਼ੂ ਜੀ ਦਾ ਕਿਤੇ ਕੋਈ ਨਾਂ ਨਹੀਂ ਹੈਗਾ, ਠੀਕ ਹੈ। ਟਾਈਮ ਸਿਰਫ ਮੈਨੂੰ ਤਾਂ ਲੱਗਿਆ ਕਿ ਮੈਨੂੰ ਉਹ ਸਾਰੇ ਪ੍ਰੂਫ ਕ੍ਰੀਏਟ ਕਰਨੇ ਸੀਗੇ ਕਿ ਮੈਂ ਇਹਨਾਂ ਦੇ ਲਈ ਲੂਪ ਹੋਲਸ ਛੱਡਣਾ ਨਹੀਂ ਚਾਹੁੰਦਾ ਸੀਗਾ। ਮੈਂ ਇਹਨਾਂ ਦੀਆਂ ਆਡੀਓ ਵੀਡੀਓਜ਼, ਇਹਨਾਂ ਦੀਆਂ ਪ੍ਰੈਸ ਦੀਆਂ ਕਲਿੱਪਿੰਗਸ, ਇਹਨਾਂ ਦੀਆਂ ਸਾਰਿਆਂ ਦੀ ਮੈਂ ਰੱਖੀਆਂ ਹੋਈਆਂ ਮੈਂ ਜਿਹੜੇ ਪੱਤਰਕਾਰਾਂ ਨੇ ਮੇਰਾ ਨਾਮ ਵਰਤਿਆ ਔਰ ਵਨ ਸਾਈਡਡ ਪੱਤਰਕਾਰਤਾ ਕੀਤੀ, ਜਿਨ੍ਹਾਂ ਨੇ ਮੇਰਾ ਵਰਜਨ ਤੱਕ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਆਏ ਹੋ ਮੇਰੇ 'ਤੇ ਇਲਜ਼ਾਮ ਲਾ ਰਹੇ ਹੋ, ਤੁਹਾਨੂੰ ਇਹ ਤਾਂ ਪਤਾ ਕਿਸੇ ਨੇ ਇਹ ਕੁਐਸਚਨ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜਾ 150 200 ਜਾਂ 250 300 ਕਰੋੜ ਦਾ ਜਿਹੜਾ ਪ੍ਰੋਜੈਕਟ ਦਾ ਕਿਹੜੀ ਇਵੈਲੂਏਸ਼ਨ ਕਮੇਟੀ ਨੇ ਇਹ ਗੱਲ ਕਹੀ। ਇਫ ਯੂ ਰਿਮੈਂਬਰ ਕਿ ਮੈਂ ਥੋੜ੍ਹਾ ਜਿਹਾ ਡਿਗਰੈਸ ਇਸ ਤੋਂ ਕਰਕੇ ਕਰਦਾ ਮੈਂ ਵੀ ਜੇ 2G ਸਕੈਮ ਹੋਇਆ ਸੀਗਾ ਜਾਂ ਕੋਲ ਸਕੈਮ ਹੋਇਆ ਸੀ, ਉਹਦੇ 'ਚ ਕੈਗ ਦੀਆਂ ਰਿਪੋਰਟ ਸੀਗੀਆਂ ਜਾਂ ਬੋਫਰ ਸਕੈਮ ਸੀਗਾ, ਇੱਕ ਕੈਗ ਦੀਆਂ ਰਿਪੋਰਟ ਸੀਗੀਆਂ। ਤੁਸੀਂ ਕਿਸੇ ਰਿਪੋਰਟ ਘੱਟੋ ਘੱਟ ਇਸ ਇੰਸਟੀਟਿਊਸ਼ਨਸ ਦੇ ਤੁਸੀਂ ਇੰਸਟੀਟਿਊਸ਼ਨਸ ਬਣੀਆਂ ਕਾਹਦੇ ਲਈ ਹੈ? CVO ਕਾਹਦੇ ਲਈ ਬਣਿਆ? CVC ਕਾਹਦੇ ਲਈ ਬਣੀ ਹੈ? ਵਿਜੀਲੈਂਸ ਡਿਪਾਰਟਮੈਂਟ ਕਾਹਦੇ ਲਈ ਬਣਿਆ? ਸਾਨੂੰ ਤਾਂ ਕਿਸੇ ਨੇ ਕੋਈ ਪੁੱਛਿਆ ਹੀ ਨਹੀਂ। ਸਰਕਾਰ ਤਾਂ ਬੈਕਫੁੱਟ ਤੇ ਆ ਗਈ ਸੀ, ਉਹਨੂੰ ਬੋਲੀ ਕੈਂਸਲ ਕਰਨੀ ਪਈ। ਦੇਖੋ ਮੈਨੂੰ ਇਹ ਲੱਗਦਾ ਹੈਗਾ ਵਾ ਕਿ ਮੈਨੂੰ ਜਿੰਨਾ ਕਿ ਮੇਰੇ ਆਫਿਸਰਸ ਨੇ ਪੁੱਛਿਆ ਸੀ, ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਪੂਰੀ ਦੀ ਪੂਰੀ ਜਿਹੜੀ ਚੀਜ਼ ਹੈਗੀ ਹੈ ਇਹਨੂੰ ਬਿਨ ਪੂਰੀ ਫੋਲੋ ਕੀਤੀ ਹੈਗੀ ਹੈ। ਇਹ ਡਿਸੀਜਨ ਉਹਨੂੰ ਗਵਰਨਮੈਂਟ ਨੇ ਲੈਣੀ ਹੈ। ਗਵਰਨਮੈਂਟ ਕੋਲੇ ਪਾਵਰ ਹੈਗੀ ਹੈ ਕਿ ਵੀ ਉਹ ਇਹਨੂੰ ਰੱਦ ਕਰ ਸਕੇ, ਪਰ ਰੱਦ ਜਿਹੜਾ ਕਰਨਾ ਹੈਗਾ ਵੈ ਉਹਦੇ ਲਈ ਵੀ ਉਹਨਾਂ ਨੇ ਹੁਣ ਉਹ ਜਿਹੜੇ ਦੂਜੀ ਪਾਰਟੀ ਹੈਗੀ ਹੈ ਜਿਨ੍ਹਾਂ ਨੇ ਉਹ ਕੋਰਟ 'ਚ ਚਲੇ ਗਏ ਨੇ, ਉਹਦੇ ਵਿੱਚ ਗਵਰਨਮੈਂਟ ਨੇ ਕੱਲ੍ਹ ਹੀ ਕੋਰਟ ਨੇ ਇਹੀ ਕਿਹਾ ਵੈ ਵੀ ਤੁਸੀਂ ਬਿਲਕੁਲ ਇਹ ਕਰ ਸਕਦੇ ਹੋ। ਹਾਲੇ ਚੱਲ ਰਿਹਾ ਕੇਸ, ਮੈਨੂੰ ਨਹੀਂ ਪਤਾ ਉਹਦਾ ਆਊਟਕਮ ਕੀ ਆਏਗਾ ਬਿਕੋਜ਼ ਉਹ ਸਬਜੂਡਿਸ ਕਰਕੇ ਮੈਂ ਨਹੀਂ, ਪਰ ਕੱਲ੍ਹ ਦੇ ਆਰਡਰ 'ਚ ਉਹਨਾਂ ਨੇ ਕਿਹਾ ਵੈ ਕਿ ਵੀ ਜੇ ਸਟੇਟ ਵੀ ਕੋਈ ਆਪਣਾ ਐਕਸ਼ਨ ਲੈਂਦੀ ਹੈ ਇਟ ਸ਼ੁੱਡ ਬੀ ਟਰਾਂਸਪੇਰੈਂਟ ਐਂਡ ਦੇयर ਸ਼ੁੱਡ ਬੀ ਅ ਡਿਗਰੀ ਆਫ ਫੇਅਰਨੈਸ ਇਨ ਇਟ। ਹੁਣ ਡਿਗਰੀ ਆਫ ਫੇਅਰਨੈਸ ਦਾ ਮਤਲਬ ਇਹ ਹੈ ਕਿ ਉਹ ਮੈਨੂੰ ਵੀ ਪੁੱਛਣ, ਸਾਰਿਆਂ ਨੂੰ ਪੁੱਛਣ, ਪਰ ਮੈਂ ਐਨੀਵੇ ਹੁਣ that chapter is over, but the chapter of my reputation, the chapter of my defamation is open. I will fight till the hilt. ਇਹ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਬਹੁਤ ਡਿਟਰਮਿਨਡ ਜਿਹਾ ਬੰਦਾ, ਮੈਂ ਹੰਬਲ ਬੰਦਾ, ਮੈਂ ਸਧਾਰਨ ਲੋਕ ਹੈ ਜਿਨ੍ਹਾਂ ਕੋਲ ਸਿਰਫ ਇੱਜ਼ਤਾਂ ਹੀ ਹੈਗੀਆਂ ਤੇ ਇੱਜ਼ਤ ਤਾਂ ਮੈਂ ਆਪਣੀ ਬਚਾਵਾਂਗਾ। ਇਹ ਲੋਕਾਂ ਨੂੰ ਦੱਸਾਂਗਾ ਕਿ ਵੀ ਇਹ ਜਿਹੜਾ ਕੀ ਕਹਿੰਦੇ ਆ ਮੀਡੀਆ ਦਾ, ਜਸਟ ਬਿਕੋਜ਼ ਤੁਸੀਂ ਮੀਡੀਆ ਦੇ ਵਿੱਚ ਹੈਗੇ ਹੋ ਔਰ ਤੁਸੀਂ ਕਿਸੇ ਨੂੰ ਬਲੈਕਮੇਲ ਕਰ ਸਕਦੇ ਹੈਗੇ ਹੋ ਜਾਂ ਤੁਸੀਂ ਕਿਸੇ 'ਤੇ ਕਿਸੇ ਤਰ੍ਹਾਂ ਦਾ ਵੀ ਕਿਚੜ ਸੁੱਟ ਸਕਦੇ ਹੋ, ਇਹ ਮੇਰੇ ਨਾਲ ਤਾਂ ਅੱਜ ਹੋ ਗਿਆ ਵਾ, ਕਿਸੇ ਹੋਰ ਨਾਲ ਨਾ ਹੋਵੇ, ਇਸ ਕਰਕੇ ਡੈਫੇਮੇਸ਼ਨ ਹੈ। ਐਂਡ ਆਈ ਹੋਪ ਕਿ ਹਾਈ ਪ੍ਰੋਫਾਈਲ ਰਹੇਗਾ, ਲੋਕ ਸਾਰੇ ਇਸ ਨੂੰ ਸੁਣਨਗੇ, ਲੋਕ ਇਹ ਸਮਝਣਗੇ ਕਿ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਪਹਿਲਾਂ ਤੁਸੀਂ ਕਹਿੰਦੇ ਪਏ ਹੋ ਵੀ ਪੜ੍ਹੇ ਲਿਖੇ ਲੋਕ ਪੋਲੀਟਿਕਸ 'ਚ ਆਉਣ, ਜੇ ਪੜ੍ਹੇ ਲਿਖੇ ਹੁਣ ਮੈਂ ਇੰਨਾ ਹਾਈਲੀ ਐਜੂਕੇਟਿਡ ਬੰਦਾ ਹੈਗਾ ਮੈਂ, ਉਸ ਤੋਂ ਬਾਅਦ ਮੈਂ ਜੇ ਪੋਲੀਟਿਕਸ 'ਚ ਆ ਗਿਆ ਮੈਂ, ਫਿਰ ਮੈਂ ਲੋਕਾਂ ਦੇ ਜੇ ਕੰਮ ਕਰ ਰਿਹਾ, ਉਸ ਤੋਂ ਬਾਅਦ ਤੁਸੀਂ ਮੈਨੂੰ ਬਦਨਾਮ ਕਰਕੇ ਤੁਸੀਂ ਬਾਹਰ ਕੱਢ ਦਿਓ, ਤਾਂ ਇਜ਼ ਦਿਸ ਅ ਕਰੈਕਟ ਵੇ? ਇੱਦਾਂ ਨਹੀਂ ਹੁੰਦਾ। ਅਲਟੀਮੇਟਲੀ ਜੇ ਤੁਸੀਂ ਚਾਹੁੰਦੇ ਹੋ ਵੀ ਹਰ ਜਗ੍ਹਾ 'ਤੇ ਤੁਹਾਡਾ ਹਰ ਸੈਕਟਰ ਦੇ ਵਿੱਚ ਨਵੇਂ ਲੋਕ ਆਉਣ, ਨਵੇਂ, ਹੁਣ ਸਾਰੇ ਕਹਿਣਗੇ ਜੀ ਇੰਨਾ ਪੜ੍ਹਿਆ ਲਿਖੇ ਮੁੰਡੇ ਨੂੰ ਤੁਸੀਂ ਜੇ ਇਹਦੇ ਨਾਲ ਐਂ ਕਰਤਾ, ਮੈਨੂੰ ਕੀ ਲੋੜ ਪਈ ਹੈ ਜੀ ਪੋਲੀਟਿਕਸ 'ਚ ਆਉਣ ਦੀ? ਫਿਰ ਪੋਲੀਟਿਕਸ ਦੇ ਵਿੱਚ ਉਹੀ ਜਿਹੜੇ ਜਿਹਨੂੰ ਕਹੀਏ ਵੀ ਅਨਪੜ੍ਹ ਆ ਜਾਣ ਅਤੇ ਜੋ ਮਰਜ਼ੀ ਕਰੀ ਜਾਣ। ਵਿਕਰਮ ਜੀ ਤੋਂ ਮੈਨੂੰ ਆਸ ਨਹੀਂ ਸੀਗੀ ਕਿਉਂਕਿ ਵਿਕਰਮ ਜੀ ਜਿਹੜੇ ਹੈਗੇ ਨੇ ਉਹ ਇੱਕ ਲਾਇਰ ਨੇ ਔਰ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਧਿਆਨ ਰੱਖਣਾ ਚਾਹੀਦਾ ਸੀਗਾ, ਪਰ ਕੋਈ ਨਹੀਂ, ਉਹਨਾਂ ਨਾਲ ਹੁਣ ਜਿਹੜੀ ਮੁਲਾਕਾਤ ਹੈਗੀ ਆ ਹੁਣ ਕੋਰਟ 'ਚ ਹੋਏਗੀ ਔਰ ਮੈਂ ਆਪਣੇ ਵੱਲੋਂ ਬੈਸਟ ਲਾਇਰਸ ਨੂੰ ਹਾਇਰ ਕੀਤਾ ਹੋਇਆ ਵਾ ਔਰ ਮੈਂ ਆਪਣਾ ਕੇਸ ਪੂਰਾ ਫੋਰਸਫੁਲੀ ਪਲੀਡ ਕਰਾਂਗਾ ਐਂਡ ਹੋਪਫੁਲੀ ਮੈਨੂੰ ਕੋਰਟ ਤੋਂ ਪੂਰੀ ਉਮੀਦ ਹੈ ਕਿ ਕੋਰਟ ਮੈਨੂੰ ਜਿਹੜਾ ਹੈਗਾ ਵਾ ਇਨਸਾਫ ਦੇਵੇਗੀ ਐਂਡ ਜਿਹੜੀ ਮੇਰੀ ਜਿਹੜੀ ਬਦਮਜ਼ਗੀ ਮੇਰੇ ਅਗੇਂਸਟ ਹੋਈ ਹੈ
ਉਹ ਮੈਂ ਉਹ ਰਿਸਟੋਰ ਹੋਏਗੀ, ਮਤਲਬ ਉਹਦੀ ਇੱਜ਼ਤ ਮੇਰੀ ਦੁਬਾਰਾ ਸੁਸਾਇਟੀ 'ਚ ਰਿਸਟੋਰ ਹੋਏਗੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਾਡੇ ਨਾਲ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮਨ ਸੁਬਰਾਮਨਿਅਮ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ 2 ਭਾਜਪਾ ਦੇ ਆਗੂਆਂ ਤੇ ਅਤੇ 2 ਪੱਤਰਕਾਰਾਂ ਤੇ ਇਹਨਾਂ ਨੇ ਮਾਨਹਾਨੀ ਦਾ ਕੇਸ ਕੀਤਾ, ਜਿਨ੍ਹਾਂ ਨੇ ਇਹਨਾਂ ਤੇ ਇਲਜ਼ਾਮ ਲਗਾਏ ਸੀਗੇ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੇ ਵੱਲੋਂ ਵੱਡਾ ਘੁਟਾਲਾ ਕੀਤਾ ਗਿਆ। ਤਾਂ ਇਹ ਹੁਣ ਕਹਿੰਦੇ ਨੇ ਕਿ ਮੈਂ ਆਪਣੀ ਇੱਜ਼ਤ ਜਿਹੜੀ ਹੈ ਉਹ ਬਚਾਉਣ ਦੇ ਲਈ ਤੇ ਆਪਣੇ ਆਪ ਨੂੰ ਸਹੀ ਪ੍ਰੂਵ ਕਰਨ ਦੇ ਲਈ ਹੁਣ ਕੋਰਟ ਦਾ ਰਾਹ ਚੁਣਿਆ ਤੇ ਮੈਂ ਬਿਲਕੁਲ ਲੜਾਂਗਾ ਕੋਰਟ ਦੇ ਵਿੱਚ ਵੀ ਤੇ ਜਵਾਬ ਵੀ ਚੰਗੀ ਤਰ੍ਹਾਂ ਦੇਵਾਂਗਾ ਕਿ ਮੈਂ ਬੇਕਸੂਰ ਹਾਂ ਤੇ ਕੋਈ ਘੁਟਾਲਾ ਨਹੀਂ ਕੀਤਾ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਕੈਮਰਾਮੈਨ ਰਣਬੀਰ ਸਿੰਘ ਦੇ ਨਾਲ ਸਨਮਜੀਤ ਸਿੰਘ ਭੱਲਾ, ਲੁਧਿਆਣਾ।